ਮਿੰਟੂ ਜੀ, ਬਹੁਤ ਵਿਵਾਦ ਨਿੱਤ ਨਵੇਂ ਚੱਲਦੇ ਰਹਿੰਦੇ ਨੇ ਅਤੇ ਕੁਝ ਵਿਵਾਦ ਜਿਨ੍ਹਾਂ ਨੂੰ ਸੁਣ ਕੇ ਲੱਗਦਾ ਵੀ ਇਹਨਾਂ ਦਾ ਕੋਈ ਆਧਾਰ ਨਹੀਂ, ਇਹਨਾਂ ਦੇ ਬਾਰੇ ਕੋਈ ਬਹੁਤੀ ਡਿਸਕਸ਼ਨ ਹੋਣੀ ਨਹੀਂ ਚਾਹੀਦੀ। ਪਰ ਕੁਝ ਵਿਵਾਦ ਅਜਿਹੇ ਜਿਨ੍ਹਾਂ ਬਾਰੇ ਅਸੀਂ ਬੀਤੇ ਦਿਨਾਂ 'ਚ ਗੱਲ ਕੀਤੀ, ਜਿਹਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਲੈ ਕੇ ਅਤੇ ਉਹਨਾਂ ਦੇ ਸ਼ਹੀਦ ਵਜੋਂ ਦਰਜੇ ਨੂੰ ਲੈ ਕੇ ਜਿਹੜਾ ਵਿਵਾਦ ਚੱਲਿਆ ਹੋਇਆ ਸੀ, ਅਨਫੋਰਚੂਨੇਟਲੀ ਹਾਲੇ ਤੱਕ ਉਹ ਠੰਡਾ ਪਿਆ ਨਹੀਂ। ਸਗੋਂ ਉਹਦੇ ਵਿੱਚ ਹੁਣ ਇਹ ਗੱਲ ਆਖ ਦਿੱਤੀ ਗਈ ਹੈ ਕਿ ਸ਼ਹੀਦ ਭਗਤ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚੋਂ ਹਟਾਈ ਜਾਵੇ। ਅਤੇ ਇਹ ਮੰਗ ਕਿਹਦੇ ਵੱਲੋਂ ਚੁੱਕੀ ਗਈ ਹੈ ਜੀ? ਦੇਖੋ ਵਿਜੇ ਜੀ, ਪਹਿਲੀ ਗੱਲ ਇਹ ਹੈ ਕਿ ਜਿਹੜੇ ਸ਼ਹੀਦ ਹੀ ਹੋਏ ਉਹਨਾਂ ਨੂੰ ਤਸਵੀਰ ਨਾਲ ਕੀ ਹੈ, ਉਹਨਾਂ ਨੂੰ ਇੱਕ ਤਸਵੀਰ ਦੇ ਵਿੱਚ ਨਹੀਂ ਤੁਸੀਂ ਰੱਖ ਸਕਦੇ। ਤੇ ਦੂਜੀ ਗੱਲ ਇਹ ਹੈ ਕਿ ਜੋ ਇਹ ਚੱਲ ਰਿਹਾ, ਅਸੀਂ ਖੁਦ ਕਨਫਿਊਜ਼ ਹਾਂ ਜਿਹੜੇ ਇੱਥੇ ਪੰਜਾਬ 'ਚ ਰਹਿੰਦੇ ਆ ਜਾਂ ਛੋਟਾ ਮੋਟਾ ਵਿਸ਼ਲੇਸ਼ਣ ਵੀ ਕਰਨੇ ਆ, ਸਾਨੂੰ ਵੀ ਸਮਝ ਨਹੀਂ ਆ ਰਹੀ ਕਿ ਇਹ ਕਹਾਣੀ ਤੁਰ ਕਿੱਧਰ ਨੂੰ ਰਹੀ ਹੈ। ਕਿ ਜਿਵੇਂ ਗਾਂਧੀ ਦੇ ਬਰੋਬਰ ਸਾਵਰਕਰ ਖੜਾ ਕੀਤਾ ਜਾ ਰਿਹਾ ਹੈ, ਕਿ ਲੈਫਟਿਸਟ ਵਿਚਾਰਧਾਰਾ ਦੇ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਲੋਕ ਜਿਨ੍ਹਾਂ ਦਾ ਸੰਬੰਧ ਲੈਫਟਿਸਟ ਵਿਚਾਰਧਾਰਾ ਦੇ ਨਾਲ ਹੈ, ਕਿ ਉਹਨਾਂ ਨੂੰ ਪਿੱਛੇ ਕੀਤਾ ਜਾ ਰਿਹਾ। ਕੁਛ ਵੀ ਸਮਝ ਨਹੀਂ ਆ ਰਹੀ, ਜਾਂ ਇਹ ਪਤਾ ਨਹੀਂ ਲੱਗਦਾ ਕਿ ਇਹਨਾਂ ਨੇ ਤੁਹਾਨੂੰ ਪਤਾ ਹੀ ਹੈ ਜਦੋਂ ਸਰਕਾਰ ਸ਼ੁਰੂ ਕੀਤੀ ਸੀਗੀ ਤਾਂ ਹਲਫਦਾਰੀ ਸਮਾਗਮ ਜਿਹੜਾ ਉਹ ਖਟਕੜ ਕਲਾਂ ਦੇ ਵਿੱਚ ਕੀਤਾ ਸੀਗਾ, ਤਾਂ ਇਹਨਾਂ ਨੇ ਤਸਵੀਰ ਲਾਈ ਸੀਗੀ ਬਾਕਾਇਦਾ ਭਗਤ ਸਿੰਘ ਦੀ ਦਫ਼ਤਰਾਂ ਦੇ ਵਿੱਚ, ਆਪਣੇ ਅਦਾਰਿਆਂ ਦੇ ਵਿੱਚ ਅੰਬੇਦਕਰ ਜੀ ਦੀ ਤਸਵੀਰ ਦੇ ਨਾਲ। ਤਾਂ ਕੀ ਇਹਨਾਂ ਦੀ ਜਿਹੜੀ ਇਸ ਵੇਲੇ ਸਰਕਾਰੀ ਜਿੱਦਾਂ ਕਹ ਲਈਏ ਕਿ ਪਹਿਲ ਕਦਮੀ ਸੀ, ਕਿ ਇਸ ਪਹਿਲ ਕਦਮੀ ਤੇ ਚੋਟ ਕਰਕੇ ਆਪਣੇ ਆਪ ਨੂੰ ਮੇਨ ਓਪੋਜੀਸ਼ਨ ਦੇ ਵਿੱਚ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ? ਸੋ ਕੁਛ ਵੀ ਸਮਝ ਨਹੀਂ ਆ ਰਹੀ ਕਿ ਕੀ ਕੀਤਾ ਜਾ ਰਿਹਾ ਹੈ। ਕਿਉਂਕਿ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਮੋਦੀ ਸਰਕਾਰ ਜਾਂ ਕਹਿ ਲਓ ਕਿ ਕੁਛ ਹੋਰ ਕੱਟੜਪੰਥੀ ਲੋਕ ਇਸ ਮੁਲਕ ਦੇ ਵਿੱਚ, ਉਹ ਆਪਾਂ ਨੂੰ ਪਤਾ ਹੀ ਹੈ ਕਿ ਜਿੱਦਾਂ ਖੱਬੇ ਆ ਜਾਂ ਹੋਰ ਉਹਨਾਂ ਦੇ ਵਿਰੋਧੀ ਵਿਚਾਰਾਂ ਵਾਲੇ ਆ, ਕਿ ਕਿਸ ਤਰ੍ਹਾਂ ਉਹਨਾਂ ਨੂੰ ਹਾਸ਼ੀਆਗ੍ਰਸਤ ਕਰਦੇ ਨੇ। ਪਰ ਉਹ ਪੰਜਾਬ 'ਚ ਤਾਂ ਨਹੀਂ ਸੀਗਾ। ਹਾਲਾਂਕਿ ਲੈਫਟਿਸਟ ਰਾਈਟਿਸਟ ਵਿਚਾਰਧਾਰਾ ਬਹੁਤ ਲੰਮੇ ਸਮੇਂ ਤੋਂ ਟਕਰਾਉਂਦੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਇਸ ਪੱਧਰ ਤੇ ਗੱਲ ਚਲੇ ਜਾਏਗੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਇਮਾਮ ਸਿੰਘ ਮਾਨ ਅੱਜ ਅੰਮ੍ਰਿਤਸਰ ਪਹੁੰਚ ਗਏ ਤੇ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੰਗ ਪੱਤਰ ਦੇ ਦਿੱਤਾ ਕਿ ਅਜਾਇਬ ਘਰ ਦੇ ਵਿੱਚੋਂ ਸ਼ਹੀਦ ਭਗਤ ਸਿੰਘ ਦੀ ਤਸਵੀਰ ਉਤਾਰ ਦੇਣੀ ਚਾਹੀਦੀ ਆ। ਕਿਉਂਕਿ ਨਾਸਤਿਕ ਸੀਗਾ। ਤੇ ਸਾਨੂੰ SGPC ਦੱਸੇ ਕਿ ਕੀ ਇੱਕ ਨਾਸਤਿਕ ਦੀ ਤਸਵੀਰ ਲਾਈ ਜਾ ਸਕਦੀ ਹੈ ਜਾਂ ਸਿੱਖ ਯੋਧਿਆਂ ਦੀ ਤਸਵੀਰ ਚਾਹੀਦੀ ਆ। ਹਾਲਾਂਕਿ ਇਸ ਤੋਂ ਬਾਅਦ ਇੱਕ ਡਿਬੇਟ ਜਿਹੜਾ ਕੁਝ ਸਮੇਂ ਦੇ ਦੌਰਾਨ ਹੀ ਖੜਾ ਹੋਇਆ, ਤਾਂ ਉਹਦੇ ਵਿੱਚੋਂ SGPC ਮੈਂਬਰ ਜਿਹੜੇ ਗੁਰਚਰਨ ਸਿੰਘ ਗਰੇਵਾਲ ਆ, ਉਹਨਾਂ ਦਾ ਵਰਸ਼ਨ ਸਾਹਮਣੇ ਆਇਆ। ਉਹਨਾਂ ਨੇ ਕਿਹਾ ਕਿ ਦੇਖੋ, ਇਹ ਜਿਹੜੀ ਤਸਵੀਰ ਲੱਗੀ ਸੀਗੀ, ਇਹ ਭਗਤ ਸਿੰਘ ਦੀ ਉਹ ਤਸਵੀਰ ਹੈ ਜਿਹੜੀ ਤੁਸੀਂ ਵਿਜੇ ਜੀ ਦੇਖੀ ਹੋਣੀ ਆ, ਮੰਜੇ ਤੇ ਬੈਠੇ ਨੇ, ਕੋਈ ਸਰਦਾਰ ਸਾਹਿਬ ਕੋਲ ਬੈਠੇ ਆ, ਤਾਂ ਉਹ ਤਸਵੀਰ ਹੈ। ਤੇ ਉਹ ਕਹਿੰਦੇ ਕਿ ਤਸਵੀਰ ਦੇ ਥੱਲੇ ਜੋ ਇਬਾਰਤ ਲਿਖੀ ਗਈ ਹੈ ਉਹਨੂੰ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ ਹੈ। ਉਹ ਕਹਿੰਦੇ ਕਿ ਤਸਵੀਰ ਦੀ ਇਬਾਰਤ ਇਉਂ ਹੈ ਕਿ ਭਾਈ ਰਣਧੀਰ ਸਿੰਘ ਦੀਆਂ ਚਿੱਠੀਆਂ ਦੇ ਹਵਾਲੇ ਦੇ ਨਾਲ ਇਹ ਗੱਲ ਕਹੀ ਗਈ ਸੀਗੀ ਕਿ ਭਗਤ ਸਿੰਘ ਅੰਤਲੇ ਸਮੇਂ ਦੇ ਵਿੱਚ ਸਿੱਖੀ ਵੱਲ ਪਰਤੇ ਸਨ ਤੇ ਉਹ ਕੇਸਧਾਰੀ ਵੀ ਬਣ ਗਏ ਸਨ। ਤਾਂ ਉਹਨਾਂ ਨੇ ਕਿਹਾ ਕਿ ਧਾਰਮਿਕ ਮਸਲਾ ਹੈ, ਅਸੀਂ ਇੰਨੀ ਜਲਦੀ ਕੋਈ ਸਟੈਪ ਨਹੀਂ ਲੈ ਸਕਦੇ, ਕੋਈ ਕਦਮ ਨਹੀਂ ਚੁੱਕ ਸਕਦੇ। ਇਹ ਧਰਮ ਦੇ ਨਾਲ ਜੁੜਿਆ ਮਸਲਾ, ਪਰ ਵਿਚਾਰ ਕੋਈ ਵੀ ਦੇ ਸਕਦਾ। ਪਰ ਉਸ ਤੋਂ ਬਾਅਦ ਮਤਲਬ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਅਸਲ ਦੇ ਵਿੱਚ ਇਹ ਕਤਾਰਬੰਦੀ ਦੀ ਸ਼ੁਰੂਆਤ ਹੈ। ਮੈਂ ਜਿਵੇਂ ਤੁਹਾਨੂੰ ਕਿਹਾ, ਮੇਰੇ ਕੁਝ ਸਵਾਲ ਸੀ ਕਿ ਅਸੀਂ ਵੀ ਦੁਵਿਧਾ 'ਚ ਆ, ਤਾਂ ਇਹਨੂੰ ਔਨ ਰਿਕਾਰਡ ਲਿਆਂਦਾ ਹੈ ਬਾਬ ਗਰੇਵਾਲ ਜਿਹੜੇ ਇਹਨਾਂ ਦੇ ਹੈਗੇ ਨੇ ਸਪੋਕਸ ਪਰਸਨ। ਉਹਨਾਂ ਨੇ ਕਿਹਾ ਕਿ ਦਰਅਸਲ ਇਹ ਏਜੰਡਾ ਹੈ, ਸਾਡੇ ਖਿਲਾਫ ਇੱਕ ਏਜੰਡਾ ਰਨ ਕੀਤਾ ਜਾ ਰਿਹਾ। ਉਹਨਾਂ ਨੇ ਤਾਂ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਵੀ ਕਿਹਾ ਕਿ ਇਹ ਏਜੰਸੀਆਂ ਦੀ ਇਮਦਾਦ ਦੇ ਨਾਲ ਹੀ ਸੰਭਵ ਹੋਇਆ ਹੈ ਸਾਰਾ ਕੁਛ। ਤਾਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਇਹ ਏਜੰਡਾ ਹੈ ਕਤਾਰਬੰਦੀ ਦਾ। ਕਤਾਰਬੰਦੀ ਤੋਂ ਭਾਵ ਕੀ ਹੈ ਕਿ ਉਹ ਕਹਿੰਦੇ ਕਿ ਕੱਲ ਨੂੰ 4 ਬੰਦੇ ਜਿਹੜੇ ਆ ਉਹ ਮਾਨ ਸਾਹਿਬ ਦੇ ਉਲਟ ਖਲੋ ਜਾਣਗੇ, ਰਾਸ਼ਟਰਵਾਦੀ ਆਪਣੇ ਆਪ ਨੂੰ ਕਹਾਉਣ ਵਾਲੇ। ਫਿਰ ਹੌਲੀ ਹੌਲੀ ਕੋਈ ਦੂਸਰੀ ਦਿਸ਼ਾ ਵੱਲ ਗੱਲ ਵੱਧ ਗਈ ਤੇ ਮਸਲਾ ਬਣ ਜਾਏਗਾ ਹਿੰਦੂ ਸਿੱਖ ਦਾ। ਤਾਂ ਉਹਦੇ 'ਚ ਇੱਕ ਪਾਸੇ ਉਹ ਜਾਣਗੇ, ਇੱਕ ਪਾਸੇ ਉਹ ਜਾਣਗੇ। ਤਾਂ ਉਹ ਕਹਿੰਦੇ ਕਿ ਸਾਡੇ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਓਪੋਜੀਸ਼ਨ ਨੇ ਵਾਰ ਕੀਤਾ ਹੋਇਆ। ਇਹ ਆਮ ਆਦਮੀ ਪਾਰਟੀ ਦਾ ਇੱਥੇ ਕਹਿਣਾ ਸੀਗਾ। ਸੋ ਸਾਰੀਆਂ ਧਿਰਾਂ ਦੇ ਆਪੋ ਆਪਣੇ ਪ੍ਰਤੀਕਰਮ ਜਿਹੜੇ ਉਹ ਸਾਹਮਣੇ ਆ ਗਏ ਆ। ਪਰ ਹੁਣ ਇਸ ਡਿਬੇਟ ਦਾ ਕੋਈ ਅੰਤ ਹੋਏਗਾ ਕਿ ਨਹੀਂ ਹੋਏਗਾ, ਇਹਦੇ ਵਿੱਚ ਕੋਈ ਸਿੱਟਾ ਨਿਕਲੇਗਾ ਕਿ ਨਹੀਂ ਨਿਕਲੇਗਾ ਪਤਾ ਨਹੀਂ। ਪਰ ਮੇਰੇ ਖਿਆਲ ਦੇ ਨਾਲ ਤੇ ਇਸ ਵੇਲੇ ਜੇ ਕਹੀਏ ਤਾਂ ਇਮਾਨ ਸਿੰਘ ਮਾਨ ਹੋਰਾਂ ਦੀ ਇਸ ਮੰਗ ਨੇ SGPC ਨੂੰ ਵੀ ਕਸੂਤਾ ਕਰ ਦਿੱਤਾ ਹੈ। ਨਾਸਤਕ ਵਾਲਾ ਜਿਹੜਾ ਉਹਨਾਂ ਨੇ
ਇੱਕ ਤਰ੍ਹਾਂ ਨਾਲ ਲੌਜਿਕ ਦਿੱਤਾ ਹੈ, ਉਹ ਐਸਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਸਜੀਪੀਸੀ ਵੀ ਇਹਦੇ ਤੋਂ ਖੜਾ ਨਹੀਂ ਛੁਡਾ ਸਕੇਗੀ ਆਸਾਨੀ ਦੇ ਨਾਲ। ਤੇ ਇਹ ਕਿਵੇਂ ਸਾਰੇ ਮੂਵ ਚੱਲੇ ਜਾ ਰਹੇ ਨੇ, ਕਿਵੇਂ ਸਾਰਾ ਕੁਝ, ਕਿਉਂਕਿ ਇਹ ਤਸਵੀਰ ਤੇ ਮੇਰੇ ਖਿਆਲ ਦੇ ਨਾਲ 60ਵੇਂ ਦਹਾਕੇ 'ਚ ਲੱਗੀ ਹੋਈ ਹੈ ਵਿਜੇ ਜੀ। ਤਾਂ ਇੰਨੇ ਸਾਲਾਂ ਬਾਅਦ ਇਹਦਾ ਰੌਲਾ ਪਿਆ ਤਾਂ ਇੱਕ ਆਪਣੇ ਆਪ ਦੇ ਵਿੱਚ ਸਵਾਲ ਤੇ ਉੱਠੇਗਾ। ਵੈਸੇ ਉਹ ਕਿਸੇ ਗਾਇਕ ਨੇ ਪੁੱਛਿਆ ਸੀ ਕਿ ਤੇਰੀ ਫੋਟੋ ਕਿਉਂ ਨਹੀਂ ਲੱਗਦੀ ਭਗਤ ਸਿੰਘ ਨੋਟਾਂ ਤੇ ਇੱਥੇ ਤੇ ਜਿਹੜੀ ਲੱਗੀ ਉਹ ਵੀ ਨਹੀਂ ਰਹਿਣ ਦੇਣਾ ਚਾਹੁੰਦੇ। ਸੋ ਉਹ ਪੁੱਛਦਾ ਸੀਗਾ ਕਿ ਤੇਰੀ ਫੋਟੋ ਕਿਉਂ ਨਹੀਂ ਲੱਗਦੀ ਭਗਤ ਸਿੰਘ ਨੋਟਾਂ ਤੇ, ਉਹ ਕਹਿੰਦਾ ਸੀ ਕਿਉਂਕਿ ਮੇਰੀ ਫੋਟੋ ਲੱਗਦੀ ਹੈ ਸੋਚਾਂ ਤੇ। ਸੋ ਜਿਨ੍ਹਾਂ ਦੀ ਸੋਚਾਂ ਤੇ ਫੋਟੋ ਲੱਗਦੀ ਹੈ ਬਸ ਠੀਕ ਠਾਕ ਆ। ਪਰ ਕਮਾਲ ਹੋਈ ਜਾਂਦਾ ਮਿੰਟੂ ਜੀ, ਮਤਲਬ ਜਿੱਥੇ ਉਮੀਦ ਇਹ ਸੀ, ਇਹ ਆਸ ਕੀਤੀ ਜਾਂਦੀ ਸੀ ਕਿ ਜਿਹੜਾ ਭਗਤ ਸਿੰਘ ਦਾ ਇੰਟੈਲੈਕਚੁਅਲ ਪੱਖ ਹੈ, ਕਿਤਾਬਾਂ ਵਾਲਾ ਭਗਤ ਸਿੰਘ ਲੋਕਾਂ ਸਾਹਮਣੇ ਰੱਖਿਆ ਜਾਵੇ ਅਤੇ ਜਿਹੜਾ ਉਹਦਾ ਪਿਸਤੌਲ ਵਾਲਾ ਰੂਪ ਹੈ ਉਹਨੂੰ ਥੋੜ੍ਹਾ ਪਛਾਣ ਕੀਤਾ ਜਾਵੇ, ਕਿਉਂਕਿ ਵੱਖੋ ਵੱਖਰੀ ਧਿਰਾਂ ਵੱਲੋਂ ਪਹਿਲਾਂ ਇਸ ਡਿਬੇਟ ਨੂੰ ਇਸ ਹਿਸਾਬ ਦੇ ਨਾਲ ਲਿਆਂਦਾ ਗਿਆ, ਪਰ ਜਿਹੜਾ ਨਵਾਂ ਐਂਗਲ ਆ ਗਿਆ ਇਹਦੇ ਵਿੱਚ ਜਿਹੜਾ ਬਾਕੀ ਕਿਹੜੀ ਪਾਰਟੀ ਦਾ ਕੀ ਸਟੈਂਸ ਹੈ, ਕੀ ਹੈ ਕੀ ਨਹੀਂ, ਲੋਕਾਂ ਦੀ ਆਪਣੀ ਸਿਆਸੀ ਵਿਚਾਰਧਾਰਾ ਬਦਲਦੀ ਰਹਿੰਦੀ ਸਮੇਂ ਦੇ ਨਾਲ ਨਾਲ, ਪਰ ਜਿਹੜੀ ਗੱਲਾਂ ਦੇ ਉੱਪਰ ਸਹਿਮਤੀ ਸੀ, ਜਿੱਤੇ ਪਹਿਲਾਂ ਲੋਕੀ ਇੱਕਮਤ ਸੀ, ਹੁਣ ਉਸ ਗੱਲ ਤੇ ਵੀ ਇੱਕਮਤ ਨਾ ਰਹਿਣਾ, ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਮਿੰਟੂ ਜੀ। ਹਾਂਜੀ ਬਿਲਕੁਲ, ਇਹ ਬਦਲ ਰਹੀ ਹੈ ਰਾਏ। ਨਹੀਂ ਤਾਂ ਅੱਗੇ ਆਪਾਂ ਇਹ ਚੀਜ਼ ਨਹੀਂ ਦੇਖੀ ਕਿ ਜ਼ਿਆਦਾਤਰ ਲੋਕ ਇਸ ਗੱਲ ਤੇ ਇਤਰਾਜ਼ ਕਰਨ ਕਿ ਭਗਤ ਸਿੰਘ ਕੌਣ ਸੀਗਾ, ਵਿਚਾਰਕ ਤੌਰ ਤੇ ਉਹ ਕੌਣ ਸੀ, ਉਹਦੇ ਵਿਚਾਰਕ ਝੁਕਾਅ ਕਿੱਧਰ ਸਨ, ਉਹ ਕਿਹੜੀਆਂ ਮਤਲਬ ਕਿ ਸਮਾਜ ਦੇ ਵਿੱਚ ਵੈਲਿਊਜ਼ ਨੂੰ ਦੇਖ ਰਿਹਾ ਸੀਗਾ। ਤਾਂ ਗੱਲ ਇਹ ਹੈ ਕਿ ਮੇਰੇ ਖਿਆਲ ਦੇ ਨਾਲ ਮਸਲਾ ਤੇ ਸ਼ਹਾਦਤ ਦਾ ਹੈ ਕਿ ਉਹ ਕੋਈ ਸ਼ਹਾਦਤ ਉਹਦੀ ਮੰਨਦਾ ਹੈ, ਕੋਈ ਨਹੀਂ ਮੰਨਦਾ। ਚਲੋ ਇਹ ਤਾਂ ਇੱਕ ਡਿਬੇਟ ਸੀਗਾ, ਕਿਉਂਕਿ ਇਹ ਤਾਂ ਲੰਬੇ ਸਮੇਂ ਤੋਂ ਤੁਰਿਆ ਆ ਰਿਹਾ ਨਾ ਕਿ ਭਗਤ ਸਿੰਘ ਜੀ ਉਹ ਕਾਗਜ਼ਾਂ 'ਚ ਅੱਤਵਾਦੀ ਸੀ। ਹੁੰਦਾ ਇਹ ਉਹੀ ਆ ਵਿਜੇ ਜੀ, ਜਿਹੜਾ ਅੱਜ ਸੱਤਾ ਦੇ ਵਿਰੋਧ ਦੇ ਵਿੱਚ ਆ ਉਹ ਬਾਗੀ ਹੈ, ਉਹ ਅੱਤਵਾਦੀ ਹੈ। ਜੇ ਕੱਲ੍ਹ ਨੂੰ ਉਹਨੇ ਸੱਤਾ ਹਾਸਲ ਕਰ ਲਈ ਤਾਂ ਫਿਰ ਉਹ ਸਾਰਾ ਕੁਝ ਬਦਲ ਜਾਏਗਾ। ਇੱਦਾਂ ਹੀ ਹੈ, ਜਿਹੜੀਆਂ ਕੌਮਾਂ ਜਾਂ ਜਿਹੜੇ ਦੇਸ਼ ਇਸ ਤਰ੍ਹਾਂ ਲੜਦੇ ਆ, ਫਿਰ ਜਦੋਂ ਆਜ਼ਾਦ ਹੋ ਜਾਂਦੇ ਜਾਂ ਕੌਮਾਂ ਸੱਤਾ ਤੱਕ ਪਹੁੰਚ ਜਾਂਦੀਆਂ ਤਾਂ ਫਿਰ ਉਹ ਉਸ ਟਾਈਮ ਦੇ ਅੱਤਵਾਦੀ ਉਹਨਾਂ ਦੇ ਸ਼ਹੀਦ ਬਣ ਜਾਂਦੇ ਆ। ਤੇ ਇਹ ਬਹੁਤ ਲੰਬੀ ਖਿੱਚ ਗਈ ਆ। ਔਰ ਤੁਸੀਂ ਇੱਕ ਚੀਜ਼ ਇਹਦੇ 'ਚ ਦੇਖੋ ਕਿ ਕਤਾਰਬੰਦੀ ਦਾ ਖਤਰਾ ਤੇ ਹੈ ਸਿਆਸੀ ਤੌਰ ਤੇ, ਇਹਦੇ ਨਾਲ ਇੱਕ ਲਾਹਾ ਜਿਹੜਾ ਸੱਤਾਧਾਰੀ ਧਿਰ ਨੂੰ ਮਿਲ ਰਿਹਾ ਉਹ ਵੀ ਅਸੀਂ ਅਣਗੌਲਿਆ ਨਹੀਂ ਕਰ ਸਕਦੇ, ਉਹਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਕਿ ਅਹਿਮ ਮੁੱਦੇ ਅੱਜ ਹੀ 650 PTI ਜਿਹੜੇ ਹੁੰਦੇ ਨੇ ਸਾਡੇ, ਆ ਜਿਹੜੇ ਆਪਾਂ ਫਿਜ਼ੀਕਲ ਟ੍ਰੇਨਿੰਗ ਇੰਸਟਰਕਟਰ ਕਹਿੰਦੇ ਆ ਨਾ ਜਿਹਨਾਂ ਨੂੰ, ਉਹ ਗਏ ਸਨ ਰੁਜ਼ਗਾਰ ਮੰਗਣ, ਕਿਉਂਕਿ ਸਾਡੇ ਸਕੂਲਾਂ 'ਚ PTI ਹੈ ਹੀ ਨਹੀਂ ਹੈ। ਜਿਵੇਂ ਆਪਾਂ DPPT ਸੁਣਦੇ ਹੁੰਦੇ ਸੀ ਛੋਟੇ ਹੁੰਦੇ ਸਕੂਲਾਂ 'ਚ, ਤਾਂ ਉਹ ਹੈ ਨਹੀਂ ਗੇ। ਤਾਂ ਉਹ ਰੁਜ਼ਗਾਰ ਮੰਗਣ ਗਏ ਤੇ ਤੁਸੀਂ ਉਹਨਾਂ ਦੀਆਂ ਤਸਵੀਰਾਂ ਦੇਖਿਓ, ਵਾਇਰਲ ਹੋਈਆਂ ਪਈਆਂ, ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਝੰਬਿਆ ਗਿਆ। ਮਤਲਬ ਕਿ ਰੁਜ਼ਗਾਰ ਜਿਹੜਾ ਕਿ ਸਾਡਾ ਅਹਿਮ ਪੱਖ ਆ, ਸਾਡੀ ਜਵਾਨੀ ਕਿਰਾਏ ਪੈ ਰਹੀ ਆ, ਬਹੁਤ ਬੁਰਾ ਹਾਲ ਸਾਡੀ ਇਕੋਨਮੀ ਦਾ ਆ। ਮਤਲਬ ਕਿ ਪਰ ਕੈਪੀਟਾ ਇਨਕਮ ਦੇ ਵਿੱਚ ਅਸੀਂ ਲਗਾਤਾਰ ਪਛੜ ਰਹੇ। ਇਹਨਾਂ ਚੀਜ਼ਾਂ ਤੇ ਜੋ ਚੱਲਣਾ ਚਾਹੀਦਾ ਸੀ, ਇੱਕ ਬਹੁਤ ਵੱਡਾ ਲਾਰਜਰ ਡਿਬੇਟ ਚੱਲਣਾ ਚਾਹੀਦਾ ਸੀ, ਉਹ ਬਿਲਕੁਲ ਕੁਛ ਹੋਇਆ ਹੀ ਨਹੀਂ ਜਾ ਰਿਹਾ। ਜਿਹੜੀ ਚੀਜ਼ ਤੇ ਫੋਕਸ ਹੋਣਾ ਚਾਹੀਦਾ ਉਹ ਤੇ ਹੈ ਨਹੀਂ, ਤੇ ਡਿਬੇਟ ਮਸਲੇ ਕੋਈ ਹੋਰ ਹੀ ਡਿਸਕਸ ਹੋ ਰਹੇ ਨੇ। ਅੱਛਾ, ਇਹ ਗੱਲ ਦੱਸਿਓ ਜੀ ਮਿੰਟੂ ਜੀ ਕਿ ਜਿਹੜੇ ਸੰਯੁਕਤ ਕਿਸਾਨ ਮੋਰਚਾ ਨੇ ਹੁਣ ਇਹ ਗੱਲ ਆਖ ਛੱਡੀ ਕਿ ਜਿਹੜੇ ਚੋਣ ਲੜਨ ਵਾਲੇ ਕਿਸਾਨ ਆਗੂ ਸਨ, ਕਹਿੰਦੇ ਉਹ ਧੋਖੇਬਾਜ਼ ਸਨ। ਸੋ ਇਸ ਦਾ ਕੀ ਉਹਨਾਂ ਦਾ ਸੰਦਰਭ ਹੈ ਜੀ ਇਹ ਗੱਲ ਕਹਿਣ ਦਾ, ਜਾਂ ਕੀ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਵੀ ਧੋਖੇਬਾਜ਼ ਕਿਉਂ ਕਿਹਾ ਗਿਆ? ਦੇਖੋ, ਇੱਕ ਨਾ ਲਾਭ ਹੀਰੇ ਨੇ ਗਾਣਾ ਗਾਇਆ ਸੀ, ਉਹਦੇ 'ਚ ਉਹ ਕਹਿੰਦਾ ਸੀਗਾ ਕਿ ਪੈ ਕੇ ਰਹਿਣਾ ਸੀ ਮੇਰੀ ਜ਼ਿੰਦਗੀ ਵਿੱਚ ਖਲਾਰਾ, ਇੱਕ ਦਿਨ ਤਾਂ ਕੂੰਜਾਂ ਨੇ ਮੁੜਨਾ ਸੀ ਵਤਨਾਂ ਨੂੰ ਯਾਰਾ ਜੀ। ਤੇ ਗੱਲ ਇਹ ਆ ਕਿ ਇਹ ਖਲਾਰਾ ਪੈ ਕੇ ਰਹਿਣਾ ਹੀ ਰਹਿਣਾ ਸੀਗਾ ਵਿਜੇ ਜੀ। ਅੱਜ ਪੈ ਜਾਂਦਾ, ਖੱਲ ਪੈ ਜਾਂਦਾ, ਇਹਨਾਂ ਦਾ ਇਹ ਖੱਖੜ ਖਈਆ ਪੈਣਾ ਹੀ ਪੈਣਾ ਸੀਗਾ। ਦੀਪ ਸਿੱਧੂ ਜਦੋਂ ਬੋਲਿਆ ਸੀਗਾ, ਹਾਲਾਂਕਿ ਕੁਛ ਲੋਕਾਂ ਨੇ ਵਿਰੋਧਤਾ ਕੀਤੀ ਸੀ, ਉਹ ਕਿਤੇ ਨਾ ਕਿਤੇ ਦੇਖੋ ਠੀਕ ਆ, ਸਹਿਮਤੀ ਚੱਲਦੀ ਰਹਿੰਦੀ ਆ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਹਮੇਸ਼ਾ ਸਹਿਮਤੀ ਕਿਸੇ ਚੀਜ਼ ਤੇ ਨਹੀਂ ਬਣਦੀ। ਪਰ ਡਰ ਇਹਨਾਂ ਚੀਜ਼ਾਂ ਦਾ ਹੀ ਸੀਗਾ ਕਿਉਂਕਿ ਕੁਛ ਆਗੂਆਂ ਦਾ ਟਰੈਕ ਰਿਕਾਰਡ ਹੀ ਕੁਛ ਇਸ ਕਿਸਮ ਦਾ ਸੀਗਾ ਕਿ ਸ਼ੱਕੀ ਕਰਦਾ ਸੀਗਾ। ਪਰ ਕਿਉਂਕਿ ਇਹ ਅੰਦੋਲਨ ਬਹੁਤ ਵੱਡਾ ਸੀਗਾ, ਹਰੇਕ ਨੂੰ ਇਹ ਸੀਗਾ ਕਿ ਅਸੀਂ ਯਾਰ ਜਿੱਤ ਤੋਂ ਘੱਟ ਕੁਛ ਲੈਣਾ ਹੀ ਨਹੀਂ ਹੈ। ਤਾਂ ਮਾੜੀ ਮੋਟੀ ਕੋਈ ਗਲਤੀ ਵੀ ਦਰਕਿਨਾਰ ਹੁੰਦੀ ਗਈ, ਮਾੜੀ ਮੋਟੀ ਕੋਈ ਭੁੱਲ ਕਰਦਾ, ਇੱਧਰੋਂ ਕਰਦਾ ਉੱਧਰੋਂ ਕਰਦਾ, ਤੇ ਉਸ ਚੀਜ਼ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਸੀਗਾ ਕਿ ਚਲੋ ਯਾਰ ਛੱਡੋ। ਇੱਥੋਂ ਤੱਕ ਕਿ 26 ਜਨਵਰੀ ਦਾ ਸਾਰਾ ਘਟਨਾਕ੍ਰਮ ਜਿਹੜਾ ਹੁੰਦਾ ਹੈ ਤਾਂ ਉਹ ਸਾਰਾ ਸਿਮਟ ਜਾਂਦਾ ਹੈ ਆ ਕੇ
ਟਕੈਤ ਦੀ ਅੱਖ ਦੇ ਵਿੱਚ, ਤਾਂ ਉਹ ਹੰਝੂ ਜਿਹੜੇ ਆ ਉਹ ਸਾਰਾ ਕੁਝ ਸਾਫ਼ ਕਰ ਦਿੰਦੇ ਨੇ। ਤਾਂ ਇਸ ਤਰ੍ਹਾਂ ਇੱਕ ਅੰਦੋਲਨ, ਬਹੁਤ ਤਗੜਾ ਅੰਦੋਲਨ ਜਿਹੜਾ ਹੋਇਆ। ਉਸ ਤੋਂ ਬਾਅਦ ਦਾ ਇਹਨਾਂ ਦਾ ਪਾਟਕ ਜਿਹੜਾ ਸੀਗਾ ਉਹ ਅਸੀਂ ਤੇ ਸੁਣਦੇ ਪਏ ਸੀਗੇ। ਇੱਕ ਤਾਂ ਪੈਸਿਆਂ ਨੂੰ ਲੈ ਕੇ ਕਾਫੀ ਜ਼ਿਆਦਾ ਇਹਨਾਂ ਦਾ ਆਪਸ ਦੇ ਵਿੱਚ ਮਨ ਮੁਟਾਵ ਆ। ਪੈਸਿਆਂ ਦਾ ਮਤਲਬ ਕਿ ਕੀ ਹੈ ਕਿ ਜਿਹੜਾ ਸਿੰਘੂ ਬਾਰਡਰ ਤੇ ਹੁਣ ਚੰਦਾ ਇਕੱਠਾ ਹੋਇਆ, ਕੋਈ ਤਾਂ 5 ਕਰੋੜ ਕਹਿੰਦਾ, ਕੋਈ ਕਿੰਨਾ ਕਹਿੰਦਾ, ਕੋਈ ਕਿੰਨਾ ਕਹਿੰਦਾ, ਪਰ ਓਫੀਸ਼ੀਅਲੀ ਜਿਹੜਾ ਉਹਨਾਂ ਨੇ ਇੱਕ ਅੰਕੜਾ ਡੱਲੇਵਾਲ ਸਾਹਿਬ ਹੋਰਾਂ ਨੇ ਦੱਸਿਆ ਸੀ ਉਹ 5 ਕਰੋੜ ਸ਼ਾਇਦ, ਤੇ ਉਹਦੇ 'ਚੋਂ ਕਹਿੰਦੇ ਆ ਕਿ ਅੱਧ ਪਚੱਧ ਲੱਗਾ, ਤੇ ਬਾਕੀ ਜਿਹੜਾ ਚੋਣ ਲੜਨ ਵਾਲਿਆਂ ਕੋਲ ਆ। ਉਸ ਟਾਈਮ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਚੋਣ ਲੜਨ ਵਾਲਿਆਂ ਕੋਲ ਆ, ਤਾਂ ਚੋਣ ਲੜਨ ਵਾਲੇ ਕਿਹੜੇ ਸੀਗੇ? ਰਾਜੇਵਾਲ ਗਰੁੱਪ ਹੋਰੀ। ਤਾਂ ਹੁਣ ਕੀ ਹੋਇਆ ਕਿ ਡੱਲੇਵਾਲ ਸਾਹਿਬ ਨੇ, ਤੁਹਾਨੂੰ ਪਤਾ ਹੈ ਕਿ ਪਹਿਲਾਂ ਵੀ ਇੱਕ ਸਟੇਟਮੈਂਟ ਦਿੱਤੀ ਸੀ ਜਿਹਦੇ ਤੋਂ ਬਾਅਦ ਬੜਾ ਇੱਥੇ ਹਾ ਹੱਲਾ ਹੋਇਆ। ਹੁਣ ਅੱਜ ਇਹਨਾਂ ਨੇ ਪੀਸੀ ਕਰਕੇ ਤਾਂ ਬਿਲਕੁਲ ਕਹਿ ਲਓ ਕਿ ਖਖੜੀਆਂ ਕਰੇਲੇ ਜਿਹੜੇ ਸੀ ਨਾ ਖਿਲਾਰ ਦਿੱਤੇ ਆ। ਤੇ ਇਹ ਕਹਿੰਦੇ ਆ ਕਿ ਚੋਣ ਲੜਨ ਵਾਲੇ ਕਿਸਾਨ ਆਗੂ ਧੋਖੇਬਾਜ਼ ਆ, ਚੋਣ ਲੜਨ ਵਾਲਿਆਂ ਨਾਲ ਸਾਡਾ ਹੁਣ ਕੋਈ ਤਾਲੁਕਾਤ ਨਹੀਂ ਹੈ। 4 ਕਿਸਾਨ ਆਗੂ ਚੋਰੀ ਸਰਕਾਰ ਨੂੰ ਮਿਲਦੇ ਰਹੇ, ਇਹ ਵੱਡੀ ਗੱਲ ਹੈ ਜੀ। 4 ਕਿਸਾਨ ਆਗੂ ਚੋਰੀ ਸਰਕਾਰ ਨੂੰ ਮਿਲਦੇ ਰਹੇ। 8 ਨਵੰਬਰ ਦੀ ਮੀਟਿੰਗ 'ਚ ਰਾਜੇਵਾਲ ਨੇ ਇਹ ਗੱਲ ਖੁਦ ਕਬੂਲੀ। ਫਿਰ ਉਹ ਅੱਗੇ ਕਹਿੰਦੇ ਆ ਕਿ ਹਰਮੀਤ ਕਾਦੀਆਂ ਦੀ ਗੱਲ ਮੰਤਰੀ ਰਵੀ ਸ਼ੰਕਰ ਨਾਲ ਚੱਲ ਰਹੀ ਸੀਗੀ ਜੀ। ਤਾਂ ਦੂਸਰੇ ਪਾਸੇ ਕਹਿੰਦੇ ਕਿ ਬੂਟਾ ਬੁਰਜ ਗਿੱਲ ਦੀ ਗੱਲ ਜਿਹੜੀ ਹੈ ਉਹ ਰਾਹ ਦੇ ਚੀਫ ਨਾਲ ਹੋ ਰਹੀ ਸੀਗੀ। ਤਾਂ ਐਦੋਂ ਵੱਡੇ ਮੇਰੇ ਖਿਆਲ ਦੇ ਨਾਲ ਦੋਸ਼ ਤੇ ਐਦੋਂ ਵੱਡੇ ਪਾਟਕ ਹੁਣ ਨਹੀਂ ਦੇਖਣ ਨੂੰ ਮਿਲਦੇ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਬੁਰਜ ਗਿੱਲ ਜੀ ਦਾ ਮੈਂ ਸੁਣ ਰਿਹਾ ਸੀਗਾ, ਉਹਨਾਂ ਨੇ ਇੱਕ ਚੈਨਲ ਨਾਲ ਇੰਟਰਵਿਊ ਦਿੱਤੀ ਹੈ ਛੋਟੀ ਜੀ, ਤਾਂ ਉਹਦੇ ਵਿੱਚ ਉਹ ਕਹਿ ਰਹੇ ਆ, ਉਹਨਾਂ ਨੇ ਇਹ ਗੱਲ ਮਤਲਬ ਕਿ ਖਾਰਜ ਨਹੀਂ ਕੀਤੀ ਕਿ ਸਾਡੀ ਗੱਲ ਨਹੀਂ ਸੀ ਹੋ ਰਹੀ। ਉਹ ਕਹਿੰਦੇ ਕਿ ਵੱਖ-ਵੱਖ ਪੱਧਰ ਤੇ ਵੱਖ-ਵੱਖ ਆਗੂਆਂ ਦੀ ਗੱਲ ਚੱਲਦੀ ਰਹਿੰਦੀ ਆ। ਮੇਰੀ ਤੇ ਕਹਿੰਦੇ ਕਿ ਅਮਿਤ ਨਾਲ ਵੀ ਗੱਲ ਹੁੰਦੀ ਸੀ। ਤਾਂ ਗੱਲਾਂ ਦੇਖੋ, ਗੱਲਾਂ ਕਿੱਥੋਂ ਦੀ ਕਿ ਜਾ ਪੁੱਜੀਆਂ ਜੀ। ਹਰਭਜਨ ਮਾਨ ਜਿੱਦਾਂ ਕਹਿੰਦਾ ਸੀ ਨਾ, ਗੱਲਾਂ ਕਿੱਥੋਂ ਤੱਕ ਜਾ ਪੁੱਜੀਆਂ ਕਿ ਉਹ ਖੁਦ ਹੀ ਮੰਨ ਰਹੇ ਆ ਕਿ ਸਾਡੀਆਂ ਗੱਲਾਂ ਚੱਲ ਰਹੀਆਂ ਸੀ, ਪਰ ਉਹ ਕਹਿੰਦੇ ਕਿ ਇਹ ਨਾਰਮਲ ਗੱਲਾਂ ਨੇ। ਜਦੋਂ ਅੰਦੋਲਨ 'ਚ ਹੁੰਦੇ ਆ ਤੁਹਾਨੂੰ ਮੰਤਰੀ ਸੰਤਰੀ ਅਪਰੋਚ ਕਰਦੇ ਹੋ, ਕਹਿੰਦੇ ਕਿ ਦਰਅਸਲ ਜਿਹੜੀ ਇਹ ਗੱਲ ਕਹਿੰਦੇ ਸਾਨੂੰ ਇੱਕ ਪ੍ਰਪੋਜ਼ਲ ਆਇਆ ਸੀ, ਅਸੀਂ 21 ਮੈਂਬਰੀ ਕਮੇਟੀ ਨੇ ਉਸ ਪ੍ਰਪੋਜ਼ਲ ਨੂੰ ਵਿਚਾਰਿਆ। ਜਦੋਂ ਅਸੀਂ ਉਹਨੂੰ ਵਾਪਸ ਘੱਲਿਆ ਤਾਂ ਸਰਕਾਰ ਨੇ ਆਖਿਆ ਕਿ ਨਹੀਂ ਇਹ ਤਾਂ ਬਹੁਤ ਸਖਤ ਤੁਸੀਂ ਤਰਮੀਮ ਕਰਕੇ ਭੇਜਿਆ, ਸੋ ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਕਹਿੰਦੇ ਸਾਡੀ ਗੱਲਬਾਤ ਟੁੱਟ ਗਈ। ਤਾਂ ਗੱਲਬਾਤ ਚੱਲ ਰਹੀ ਸੀਗੀ। ਤਾਂ ਇਹ ਦੋ ਵੱਡੇ ਦੋਸ਼ ਮੇਰੇ ਖਿਆਲ ਦੇ ਨਾਲ ਨਹੀਂ ਲੱਗ ਸਕਦੇ ਹੁਣ ਕਿ ਰਾਹ ਦਾ ਕੋਈ ਕਹਿ ਰਿਹਾ ਕਿ ਉਹਨਾਂ ਦੇ ਚੀਫ ਨਾਲ ਗੱਲ ਕੀਤੀ ਜਾ ਰਹੀ ਸੀ, ਉਹ ਕਹਿੰਦੇ ਕਿ ਵਿੱਚ ਬੈਠੇ ਸੀਗੇ। ਤਾਂ ਇਹ ਗੱਲਾਂ ਜਿਹੜੀਆਂ ਕਰ ਰਹੇ ਨੇ। ਬੁਰਜ ਗਿੱਲ ਜੀ ਨੇ ਅੱਜ ਇੱਕ ਗੱਲ ਹੋਰ ਕਹੀ, ਉਹਨਾਂ ਆਖਿਆ ਕਿ ਅਜੇ ਵੇਲਾ ਆਉਣ ਦਿਓ, ਅਸੀਂ ਵੀ ਬੋਲਾਂਗੇ। ਮਤਲਬ ਕਿ ਜੇ ਉਹ ਬੋਲਣਗੇ ਤੇ ਹੋਰ ਪਾਟਕ ਵਧੇਗਾ। ਸੋ ਇਹ ਆ ਕਿ ਕੱਲ ਨੂੰ ਜੇ ਮੰਨ ਲਓ ਵਿਜੇ ਜੀ ਕਿਸੇ ਐਸੇ ਪੱਖ ਤੋਂ ਅੰਦੋਲਨ ਦੀ ਜ਼ਰੂਰਤ ਪੈ ਜਾਵੇ ਜਿਹੜੇ ਪੱਖ ਹੁਣ ਥੋੜੇ ਝਲਕਾਰੇ ਦੇ ਰਹੇ ਆ, ਕਿ ਓਡਾ ਅੰਦੋਲਨ ਇਹ ਲੋਕ ਖੜਾ ਕਰ ਲੈਣਗੇ? ਕਿ ਇਹਨਾਂ ਲੋਕਾਂ ਤੇ ਹੁਣ ਯਕੀਨ ਕੀਤਾ ਜਾਏਗਾ ਜਿਹੜੀ ਲੀਡਰਸ਼ਿਪ ਸੀ ਕਿਸਾਨ ਅੰਦੋਲਨ ਦੀ? ਇਸ ਕਰਕੇ ਕਾਫੀ ਕੁਛ ਆ ਚੰਦੇ ਨੂੰ ਲੈ ਕੇ ਜੋ ਇਕੱਠਾ ਹੋਇਆ, ਉਸ ਤੋਂ ਬਾਅਦ ਵੋਟਾਂ 'ਚ ਕਿ ਜਾਇਆ ਜਾਵੇ ਕਿ ਨਾ ਜਾਇਆ ਜਾਵੇ, ਉਹਦੇ 'ਚ ਪਾਟਕ, ਤੇ ਹੁਣ ਤਾਂ ਸਾਰੀ ਤਸਵੀਰ ਹੀ ਸਾਫ਼ ਕਰ ਦਿੱਤੀ ਜੀ। ਖੈਰ ਇਕੱਠੇ ਰਹਿੰਦੇ ਤਾਂ ਕੰਮ ਬਣ ਜਾਂਦਾ। ਵੈਸੇ ਵੀ ਨਾ ਮੈਨੂੰ ਪਤਾ ਨਹੀਂ ਕਿਸ ਸ਼ਾਇਰ ਨੇ ਲਿਖਿਆ ਸੀ ਨਾ, ਹਮੇਸ਼ਾ ਚੇਤੇ ਰਹਿੰਦੀ ਉਹ ਜਦੋਂ ਵੀ ਪੰਜਾਬੀਆਂ ਦੀ ਗੱਲ ਚੱਲਦੀ ਹੈ ਨਾ ਸਾਡਿਆਂ ਦੀ, ਤੇ ਉਹ ਆਪਣੇ ਆਪ ਹੀ ਆਪ ਮੁਹਾਰੇ ਚੇਤੇ ਆ ਜਾਂਦੀ। ਉਹ ਕਿਸੇ ਸ਼ਾਇਰ ਨੇ ਬੜੀ ਖੂਬਸੂਰਤ ਗੱਲ ਲਿਖੀ, ਉਹ ਕਹਿੰਦਾ ਕਿ ਇੱਕ ਹੋ ਜਾਏ ਤਾਂ ਬਣ ਸਕਤੇ ਹੈ ਖੁਰਸ਼ੀਦੇ ਮੋਬੀ। ਖੁਰਸ਼ੀਦੇ ਮੋਬੀ ਹੁੰਦਾ ਜਿੱਦਾਂ ਚੜ੍ਹਦਾ ਸੂਰਜ ਜੀ। ਉਹ ਕਹਿੰਦੇ ਇੱਕ ਹੋ ਜਾਏ ਤਾਂ ਬਣ ਸਕਤੇ ਹੈ ਖੁਰਸ਼ੀਦੇ ਮੋਬੀ, ਵਰਨਾ ਇਨ ਬਿਖਰੇ ਹੋਏ ਤਾਰੋਂ ਸੇ ਕਿਆ ਕੰਮ ਬਣੇ। ਅਸੀਂ ਤਾਰਿਆਂ ਦੇ ਵਾਂਗੂ ਹੀ ਖਿੰਡੇ ਰਹਿੰਦੇ ਆ, ਖੁਰਸ਼ੀਦ ਦੇ ਮੂਵੀ ਬਣਦੇ ਹੀ ਨਹੀਂ ਹੈ, ਬਣ ਹੀ ਨਹੀਂ ਸਕਦੇ ਅਸੀਂ। ਸੋ ਇਹ ਸਾਡੀ ਪ੍ਰੋਬਲਮ ਹੈ ਇਸ ਵੇਲੇ ਪੰਜਾਬੀਆਂ ਦੀ। ਤਾਂ ਖੈਰ SKM ਇੱਕ ਆਸ ਸੀ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਪੋਲੀਟੀਕਲੀ ਬਦਲਾਅ ਆਏਗਾ, ਸਮਾਜਿਕ ਬਦਲਾਅ ਆਏਗਾ, ਪਰ ਬਦਲਾਅ ਸਿਰਫ ਇੰਨਾ ਹੀ ਆਇਆ ਕਿ ਥੋੜੇ ਮਹੀਨੇ ਜ਼ਰੂਰ ਇਕੱਠੇ ਚੱਲੇ ਆ, ਪਰ ਉਸ ਤੋਂ ਬਾਅਦ ਹੁਣ ਤੇ ਉਹ ਇੱਕ ਟਾਂਗਾ ਤੇ ਘੋੜੇ ਜਿਹੜੇ ਚਫੇਰੇ ਲੱਗੇ, ਕੋਈ ਇੱਧਰ ਨੂੰ ਖਿੱਚੀ ਜਾਂਦਾ, ਕੋਈ ਇੱਧਰ ਨੂੰ ਖਿੱਚੀ ਜਾਂਦਾ ਜੀ। ਤੇ ਮਿੰਟੂ ਜੀ ਇਹ ਦੱਸਿਓ, ਜਿਹੜਾ ਬਹਿਬਲ ਕਲਾਂ ਮੋਰਚੇ ਵਾਲੇ ਸੰਦਰਭ ਵਿੱਚ ਜੋ ਅਪਡੇਟ ਹੈ, ਸਰਕਾਰ ਨੇ ਹੋਰ ਸਮੇਂ ਦੀ ਮੰਗ ਕੀਤੀ ਆ ਤੇ ਮੋਰਚੇ ਵੱਲੋਂ ਨਾ ਕਹਿ ਦਿੱਤੀ ਗਈ ਹੈ, ਇਹਦੇ 'ਚ ਕੀ ਅਪਡੇਟ ਹੈ ਜੀ? ਇਹਦੇ 'ਚ ਵੀ ਹੁਣ ਆਪਾਂ ਦੇਖ ਸਕਦੇ ਹਾਂ ਵਿਜੇ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ, ਜਿਵੇਂ ਤੁਹਾਨੂੰ ਯਾਦ ਹੋਏਗਾ ਕਿ ਅਮਰਿੰਦਰ ਸਿੰਘ ਸਰਕਾਰ ਵਾਸਤੇ ਬਰਗਾੜੀ ਮੋਰਚਾ ਇੱਕ ਪਰੇਸ਼ਾਨੀ ਦਾ ਸਬਬ ਬਣ ਗਿਆ ਸੀਗਾ। ਉਸ ਤੋਂ ਬਾਅਦ ਹੈਰਾਨੀਜਨਕ ਢੰਗ ਨਾਲ ਉਹ ਮੋਰਚਾ ਚੁੱਕ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਵੀ ਪਾਟਕ ਸਾਹਮਣੇ ਆਇਆ ਸੀਗਾ
ਜਿਹੜੇ ਉਸ ਮੋਰਚੇ ਦੇ ਅਗਵਾਨੂ ਸੀ, ਆਪਸ ਦੇ ਵਿੱਚ ਮੁੜ ਕੇ ਆਪਾਂ ਲੜਦੇ ਦੇਖੇ। ਤਾਂ ਇਸ ਤਰ੍ਹਾਂ ਇਹ ਮਤਲਬ ਕਿ ਆਮ ਆਦਮੀ ਪਾਰਟੀ ਵਾਸਤੇ ਵੀ ਇੱਕ ਪਰੇਸ਼ਾਨੀ ਦਾ ਸਬਬ ਹੋ ਸਕਦਾ। ਦਰਅਸਲ ਜਦੋਂ ਤੋਂ ਇਹ ਸੱਤਾ 'ਚ ਆਏ ਨੇ, ਇਹ ਜਿੱਦਾਂ ਬਾਈਬਲ ਦੇ ਵਿੱਚ ਜਾ ਕੇ ਹਮੇਸ਼ਾ ਇੱਕ ਗੱਲ ਕਹਿੰਦੇ ਆ ਕਿ ਜੀ ਸਾਨੂੰ ਇੰਨੇ ਦਿਨ ਦੇ ਦਿਓ, ਸਾਨੂੰ ਇੰਨੇ ਦਿਨ ਦੇ ਦਿਓ, ਇੰਨਾ ਸਮਾਂ ਦੇ ਦਿਓ। ਪਰ ਇਹਦੇ 'ਚ ਕੀ ਸੀਗਾ ਕਿ ਸਭ ਤੋਂ ਵੱਡੀ ਨਾਰਾਜ਼ਗੀ ਬਾਈਬਲ ਮੋਰਚਾ ਦੀ ਇਹ ਸੀਗੀ ਕਿ ਇਹਨਾਂ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੋਈ ਸੀ, 10 ਜੁਲਾਈ ਤੱਕ ਦਾ ਸਮਾਂ ਲਿਆ ਹੋਇਆ ਸੀਗਾ, ਤੇ ਇਨ ਬਿਟਵੀਨ ਇਹਨਾਂ ਨੇ ਅਜਨਾਲਾ ਸਾਹਿਬ ਜਾਂ ਕੁਝ ਹੋਰ ਉਹਨਾਂ ਦੇ ਸੰਗੀ ਸਾਥੀ ਸੀ, ਉਹਨਾਂ ਨੂੰ ਸੱਦ ਕੇ ਤੇ ਉਹ ਕਿਤਾਬਚਾ ਜਿਹੜਾ ਸੌਂਪ ਦਿੱਤਾ ਸੀਗਾ ਇਨਵੈਸਟੀਗੇਸ਼ਨ ਵਾਲਾ। ਦਰਅਸਲ ਉਹ ਚਾਰਜਸ਼ੀਟ ਦਾ ਕਿਤਾਬਚਾ ਸੀਗਾ। ਤਾਂ ਉਹਦੇ ਤੋਂ ਬਾਈਬਲ ਮੋਰਚਾ ਥੋੜਾ ਜਿਹਾ ਖਫਾ ਹੋ ਗਿਆ ਕਿ ਅਸੀਂ ਸੰਘਰਸ਼ ਕਰ ਰਹੇ ਹਾਂ, ਅਸੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਅਸੀਂ ਤੁਹਾਨੂੰ ਸਹਿਯੋਗ ਕਰ ਰਹੇ ਹਾਂ, ਪਰ ਤੁਸੀਂ ਸਾਡੇ ਤੋਂ ਪਾਸੇ ਹੋ ਕੇ ਇੱਕ ਗਰੁੱਪ ਆਉਂਦਾ ਕੁਝ ਬੰਦਿਆਂ ਦਾ, ਤਾਂ ਤੁਸੀਂ ਉਹਨਾਂ ਨੂੰ ਤਰਜੀਹ ਦੇ ਰਹੇ ਹੋ। ਤਾਂ ਉਹਦੇ ਤੇ ਸਾਫ਼ ਤੌਰ ਤੇ ਕਹਿਣਾ ਸੀਗਾ, ਜਿਹੜੇ ਸੁਖਰਾਜ ਸਿੰਘ ਇਸ ਮੋਰਚੇ ਨੂੰ ਚਲਾ ਰਹੇ ਨੇ, ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਸੁਪੁੱਤਰ ਨੇ ਜਿਹੜੇ, ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਸੀਗਾ ਕਿ ਇਹਨਾਂ ਨੇ ਤਾਂ ਮੋਰਚੇ ਦੀ ਫੇਲੀਅਰ ਵਾਸਤੇ ਬਹੁਤ ਜ਼ੋਰ ਲਾਏ ਨੇ। ਤੇ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਤੇ ਦੋਸ਼ ਲਾਇਆ ਕਿ ਜਾਣ ਵਾਲੇ ਜਿਹੜੇ ਸੀਐਮ ਕੋਲ ਜਾਣ ਵਾਲੇ ਸੀ, ਉਹਨਾਂ ਦੇ ਵਿੱਚੋਂ ਇੱਕ ਖਾਸ ਬੰਦਾ ਇਹਨਾਂ ਦਾ ਸੀਗਾ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੌਨਫਲਿਕਟ ਜਿਹੜਾ ਹੈ ਕਾਫੀ ਵੱਧ ਗਿਆ ਸੀਗਾ ਆਪਸ ਦੇ ਵਿੱਚ। ਹੁਣ ਫੇਰ ਇਹਨਾਂ ਦੇ ਆਏ ਆ ਜਿਹੜੇ ਹੁੰਦੇ ਆ ਕਾਨੂੰਨੀ ਮਾਹਰ, ਸੰਧਮਾ ਸਾਹਿਬ ਆਏ ਸਨ, ਬੈਂਸ ਸਾਹਿਬ ਆਏ ਸਨ। ਸਮੇਂ ਦੀ ਮੰਗ ਹੋਈ ਕਿ ਸਾਨੂੰ ਥੋੜਾ ਜਿਹਾ ਹੋਰ ਟਾਈਮ ਦੇ ਦਿਓ, ਉਹਨਾਂ ਆਖਿਆ ਨਹੀਂ, ਟਾਈਮ ਨਹੀਂ ਦਿੱਤਾ ਜਾਏਗਾ ਹੁਣ। ਹਾਲਾਂਕਿ ਸੰਧਵਾ ਸਾਹਿਬ ਮੰਨ ਗਏ, ਕੱਲ ਮੰਨ ਗਏ ਕਿ ਇਹ ਮੁੱਦਾ ਬੜਾ ਗੁੰਝਲਦਾਰ ਆ, ਪਰ ਉਸ ਟਾਈਮ ਇਹਨਾਂ ਨੂੰ ਵੇਖਣਾ ਚਾਹੀਦਾ ਸੀਗਾ ਜਦੋਂ ਜਨਾਬ ਅਰਵਿੰਦ ਕੇਜਰੀਵਾਲ ਹੋਰੀ ਕਹਿ ਰਹੇ ਸੀਗੇ ਕਿ ਬਸ ਆਉਣ ਦਿਓ ਜੀ, ਸਾਨੂੰ 24 ਘੰਟਿਆਂ 'ਚ ਚੁੱਕ ਕੇ ਸਾਰੀ ਆਪਾਂ ਤਰਥੱਲੀ ਮਚਾ ਦੇਣੀ ਆ ਜੀ। ਤਾਂ ਉਸ ਸਮੇਂ ਤੁਸੀਂ ਦੱਸ ਦੇਣਾ ਸੀਗਾ ਕਿ ਮਾਮਲਾ ਬਹੁਤ ਗੁੰਝਲਦਾਰ ਆ, ਕਿਉਂਕਿ ਅਦਾਲਤੀ ਪ੍ਰਕਿਰਿਆ 'ਚ ਸਾਰਾ ਕੁਝ ਜਦੋਂ ਗੁਜ਼ਰਦਾ ਤਾਂ ਬਹੁਤ ਮੌਕਿਆਂ ਤੇ ਖੜੋਤ ਆਉਂਦੀ ਹੈ। ਸੋ ਇਸ ਕਰਕੇ ਹੁਣ ਇਸ ਸਰਕਾਰ ਦੇ ਵਿੱਚ ਉਮੀਦ ਹੈ ਤਾਂ ਹੈ ਕਿ ਬਈ ਸ਼ਾਇਦ ਹੋ ਜਾਏਗਾ ਕੁਛ ਨਾ ਕੁਛ, ਪਰ ਲੱਗਦਾ ਇਉਂ ਹੈ ਕਿ ਇੰਨੀ ਛੇਤੀ ਨਹੀਂ ਹੋਏਗਾ। ਔਰ ਕਿਤੇ ਨਾ ਕਿਤੇ ਡਰ ਵੀ ਲੱਗਦਾ ਜਿਵੇਂ ਪਿਛਲੀ ਸਰਕਾਰ 'ਚ ਕੱਖ ਨਹੀਂ ਹੋਇਆ, ਕਿ ਕਿਤੇ ਇਹ ਨਾ ਹੋਵੇ ਕਿ ਨਾਲੇ ਕੋਸ਼ਿਸ਼ਾਂ ਜਿਹੀਆਂ ਕਰੀ ਜਾਂਦੇ। ਉਹ ਜਿਵੇਂ ਨਾ ਪੰਜਾਬੀ 'ਚ ਬਜ਼ੁਰਗ ਆਪਣੇ ਨਾ ਕਹਾਵਤ ਬੋਲਦੇ ਹੁੰਦੇ ਸੀ ਕਿ ਨਾ ਸੁੱਤੀ ਨਾ ਕੱਤਿਆ, ਨਾ ਸਾਰੀ ਰਾਤ ਸੁੱਤੀ ਤੇ ਨਾ ਕੁਝ ਕਾਰ ਕੀਤੀ, ਕਿ ਕਿਤੇ ਇਹ ਨਾ ਹੋਵੇ ਕਿ ਸਾਨੂੰ ਟਾਈਮ ਦੇ ਦਿਓ ਜੀ, ਆਹ ਕਰ ਦਿੱਤਾ, ਆਹ ਕਰ ਦਿੱਤਾ, ਆਹ ਕਰ ਦਿੱਤਾ, ਕਿ ਨਾ ਸੁੱਤੀ ਨਾ ਕੱਤਿਆ। ਮਤਲਬ ਕਿ ਨਾ ਤਾਂ ਤੁਸੀਂ ਇਹ ਕਿਹਾ ਕਿ ਨਹੀਂ ਸਾਥੋਂ ਕੁਝ ਨਹੀਂ ਹੋਣਾ, ਤੇ ਨਾ ਹੀ ਕੁਝ ਸਵਾਰ ਸਕੋ ਤੁਸੀਂ ਜੀ। ਮਿੰਟੂ ਜੀ ਇਹ ਦੱਸਿਓ, ਸਰਕਾਰ ਨੇ ਹੁਣ ਗੈਂਗਸਟਰਸ ਵਾਸਤੇ ਇਹ ਰੇਂਜ ਪੱਧਰ ਤੇ ਜੋ ਯੂਨਿਟਸ ਬਣਾਈਆਂ ਨੇ, ਇਹਨਾਂ ਦਾ ਕੀ ਵੇਰਵਾ ਜੀ ਗੈਂਗ ਵਾਰ ਨੂੰ ਕੰਬੈਟ ਕਰਨ ਦੇ ਲਈ? ਦੇਖੋ, ਗੈਂਗ ਵਾਰ ਜਾਂ ਗੈਂਗਸਟਰ ਜਿਹੜੇ ਵੀ ਹੈ ਉਹਨਾਂ ਵਾਸਤੇ ਤਾਂ ਇੱਕ ਖਤਰੇ ਦੀ ਘੰਟੀ ਹੈ। ਹੁਣ ਦੇਖੋ ਕਿ ਕੀ ਬਣਦਾ, ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਇਨਕਾਊਂਟਰ ਨੂੰ ਗਲੋਰੀਫਾਈਡ ਕੀਤਾ ਜਿਹੜਾ ਭਖਨੇ 'ਚ ਹੋਇਆ, ਹਾਲਾਂਕਿ ਉਹਦੇ ਬਾਰੇ ਇੱਕ ਕਥਿਤ ਪੋਸਟ ਵੀ ਆਪਾਂ ਵਾਇਰਲ ਹੁੰਦੀ ਦੇਖੀ ਹੈ, ਜਿਹਦੇ 'ਚੋਂ ਕੈਨੇਡਾ ਬੈਠਾ ਮੁੰਡਾ ਕੋਈ ਕਹਿ ਰਿਹਾ ਕਿ ਦੇਖੋ ਜੀ ਉਹਨਾਂ ਨੂੰ ਮੈਂ ਕਿਹਾ ਸੀਗਾ ਸਰੈਂਡਰ ਕਰ ਦਿਓ, ਪਰ ਉਹਨਾਂ ਨੇ ਆਖਿਆ ਸੀਗਾ ਕਿ ਨਹੀਂ, ਲਾਸਟ ਪਰਫਾਰਮੈਂਸ ਅਸਾਂ ਦਿਖਾਉਣੀ ਹੈ। ਤਾਂ ਉਹ ਗੋਲਡੀ ਬਰਾੜ ਨਾਂ ਦਾ ਜਿਹੜਾ ਇੱਥੇ ਕੈਨੇਡਾ 'ਚ ਕਿਹਾ ਜਾਂਦਾ ਕਥਿਤ ਤੌਰ 'ਤੇ, ਪਰ ਪਤਾ ਨਹੀਂ ਕਿੱਥੇ ਹੈ। ਔਰ ਉਹ ਦੂਜੀ ਗੱਲ ਜਿਹੜੀ ਹੈ ਕਿ ਪੋਸਟ ਪਤਾ ਨਹੀਂ ਕਿਹਦੇ ਖਾਤੇ 'ਚੋਂ ਪਈ ਹੈ, ਪਰ ਉਹਦੀ ਖਾਸੀ ਚਰਚਾ ਹੋ ਰਹੀ ਹੈ। ਇਸ ਤਰ੍ਹਾਂ ਮਤਲਬ ਕਿ ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਨੇ ਉਸ ਐਨਕਾਊਂਟਰ ਤੋਂ ਬਾਅਦ ਇਹਨਾਂ ਦੀ ਸਰਕਾਰ ਨੇ ਉਸ ਐਨਕਾਊਂਟਰ ਨੂੰ ਗਲੋਰੀਫਾਈਡ ਕੀਤਾ, ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਕੇਤ ਹੈ ਕਿ ਝੜਪਾਂ ਹੋਣਗੀਆਂ। ਹੁਣ ਉਹਦੇ 'ਚ ਕਿਹਦਾ ਨੁਕਸਾਨ ਹੁੰਦਾ, ਕਿਹਦਾ ਨਹੀਂ ਹੁੰਦਾ, ਇਹ ਤੇ ਪਤਾ ਨਹੀਂ, ਕਿਉਂਕਿ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਐਂਟੀ ਗੈਂਗਸਟਰ ਟਾਸਕ ਫੋਰਸ, ਵੈਸੇ ਤਾਂ ਇਹਨਾਂ ਦੀ ਪੰਜਾਬ ਲੈਵਲ ਤੇ ਹੈ ਨਾ ਜੀ, ਐਂਟੀ ਗੈਂਗਸਟਰ ਟਾਸਕ ਫੋਰਸ, ਇਹ ਓਕੂ ਸੀ ਪਹਿਲਾਂ, ਇਸ ਸਰਕਾਰ ਨੇ ਆ ਕੇ ਉਹਦਾ ਨਾਮ ਬਦਲ ਦਿੱਤਾ। ਬਾਕੀ ਅਫਸਰ ਜ਼ਿਆਦਾਤਰ ਉਹੀ ਨੇ। ਤਾਂ ਇਹ ਜਿਹੜੇ AGTF ਵਾਲੇ ਆ, ਇਹ ਕਹਿੰਦੇ ਕਿ ਅੱਗੇ ਪੰਜਾਬ ਪੱਧਰ ਤੇ ਇਹਨਾਂ ਦੇ ਅੱਗੇ ਫਿਰ ਯੂਨਿਟਸ ਬਣਾ ਦਿੱਤੇ ਜਾਣਗੇ। ਮਤਲਬ ਕਿ ਰੇਂਜ 8 ਰੇਂਜ ਨੇ। ਆਪਾਂ ਜੇ ਦੇਖੀਏ ਤਾਂ ਪੁਲਿਸ ਰੇਂਜ ਜਿਹੜੀ ਹੈ ਉਹ ਪੰਜਾਬ ਨੂੰ 8 ਹਿੱਸਿਆਂ 'ਚ ਵੰਡ ਦਿੰਦੀ, ਜਿਵੇਂ ਬਾਰਡਰ ਰੇਂਜ ਆ, ਰੋਪੜ ਆ ਗਿਆ ਜਾਂ ਬਠਿੰਡਾ ਆ ਗਿਆ। ਸੋ ਇਸ ਤਰ੍ਹਾਂ ਰੇਂਜ ਨੇ ਇਹਨਾਂ ਦੇ 8। ਤਾਂ 8 ਰੇਂਜ ਦੇ ਵਿੱਚ ਕਹਿੰਦੇ ਆ ਕਿ 250 ਅਫਸਰ ਕਮਾਂਡੋ ਇਹ ਸਾਰੇ ਤਾਇਨਾਤ ਹੋਣਗੇ। ਇਸ ਤੋਂ ਇਲਾਵਾ IG ਪੱਧਰ ਦਾ ਇੱਕ ਅਫਸਰ ਇਹਨਾਂ ਨੂੰ ਲੀਡ ਕਰਿਆ ਕਰੇਗਾ। ਤੇ ਮਤਲਬ ਕਿ ਕੋਈ ਵੀ ਇਨਕਾਊਂਟਰ ਵਰਗੀ ਸਥਿਤੀ ਪੈਦਾ ਹੁੰਦੀ ਆ ਤਾਂ ਇਹ ਟੀਮਾਂ ਉੱਥੇ ਅੰਜਾਮ ਦੇਣ ਦੇ ਸਮਰੱਥ ਹੋਣਗੀਆਂ। ਇਹ ਸਾਰੀ ਜਾਣਕਾਰੀ ਨਿਕਲ ਰਹੀ ਹੈ। ਮਤਲਬ ਇਹ ਸਾਫ਼ ਹੈ ਕਿ ਇਹ ਸਿਰਫ ਤੇ ਸਿਰਫ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਭੈ ਪੈਦਾ ਕਰਨ ਵਾਸਤੇ ਹੈ ਕਿ ਜੇ ਬਾਈ ਤੁਸੀਂ ਕੋਈ ਗੜਬੜੀ ਕੀਤੀ ਤੁਹਾਨੂੰ ਘੇਰਾਂਗੇ।
ਰੱਖ ਕੇ ਘੇਰਾਂਗੇ ਔਰ ਉਸ ਤੋਂ ਬਾਅਦ ਫਿਰ ਅੰਜਾਮ ਜਾਂ ਹਸ਼ਰ ਤੁਸੀਂ ਆਪਣਾ ਸੋਚ ਲਓ। ਤਾਂ ਸੰਕੇਤ ਹੈ ਸਾਫ਼ ਤੌਰ ਤੇ ਕਿ ਇਨਕਾਊਂਟਰ ਵਾਸਤੇ ਅਸੀਂ ਤਿਆਰ ਹਾਂ। ਹੁਣ ਤੁਸੀਂ ਦੇਖੋ ਕਿ ਪੰਜਾਬ 'ਚ ਵਾਰਦਾਤ ਕਰਨੀ ਹੈ ਕਿ ਨਹੀਂ ਕਰਨੀ। ਤਾਂ ਜਦੋਂ ਇਸ ਤਰ੍ਹਾਂ ਦੀ ਤਿਆਰੀ ਹੋ ਜਾਂਦੀ ਹੈ ਵਿਜੇ ਜੀ, ਕਿਉਂਕਿ ਇੰਡੀਆ ਦੇ ਵਿੱਚ ਫੇਕ ਇਨਕਾਊਂਟਰ ਦਾ ਇੱਕ ਆਪਣਾ ਇਤਿਹਾਸ ਹੈ, ਇਸ ਕਰਕੇ ਇਹ ਚੀਜ਼ ਜ਼ਰੂਰ ਵੇਖਣੀ ਪਊਗੀ ਇਸ ਸਰਕਾਰ ਨੂੰ ਕਿ ਕਿਤੇ ਇਹ ਨਾ ਹੋਵੇ। ਕਿਉਂਕਿ ਅੱਜ ਹੀ ਇੱਕ ਫਿਰੋਜ਼ਪੁਰ ਦੇ ਵਿੱਚ ਕਾਂਡ ਹੋਇਆ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਕਥਿਤ ਤੌਰ ਤੇ ਸਾਡੇ ਕੋਲ 86 ਲੱਖ ਰੁਪਈਆ ਫੜਿਆ ਇਹਨਾਂ ਨੇ, 5 ਲੱਖ ਰੁਪਈਆ ਡਰੱਗ ਮਨੀ ਦਾ ਦਿਖਾ ਕੇ ਤੇ 1 ਕਿਲੋ ਹੈਰੋਇਨ ਦਾ ਕੇਸ ਪਾ ਦਿੱਤਾ, ਜਦ ਕਿ ਬਾਕੀ 81 ਲੱਖ ਰੁਪਈਆ ਖੁਰਦ-ਬੁਰਦ ਕਰ ਲਿਆ ਗਿਆ। ਕਿਉਂਕਿ ਡਰੱਗ ਦੇ ਖਿਲਾਫ ਇੱਕ ਇਸ ਵੇਲੇ ਬਹੁਤ ਸਖਤ ਕੰਪੇਨ ਚੱਲ ਰਿਹਾ ਇਹਨਾਂ ਦਾ। ਕੰਪੇਨ ਹੀ ਨਹੀਂ ਚੱਲ ਰਿਹਾ, ਐਕਸ਼ਨ ਵੀ ਚੱਲ ਰਿਹਾ ਜੀ। ਸਾਰਾ ਕੁਝ ਹੀ ਹੈ ਜਿਹੜਾ ਚੱਲ ਰਿਹਾ। ਤਾਂ ਜਦੋਂ ਇਸ ਤਰ੍ਹਾਂ ਦੀ ਸਖਤੀ ਹੁੰਦੀ ਹੈ, ਕੁਝ ਲੋਕ ਉਹਦੇ 'ਚੋਂ ਲਾਹਾ ਖੱਟਣਾ ਸਟਾਰਟ ਕਰ ਦਿੰਦੇ ਆ। ਤੇ ਇਹ ਨਾ ਹੋਵੇ ਕਿ ਕਿਤੇ ਕੁਝ ਐਸਾ ਵੈਸਾ ਹੋ ਜਾਵੇ ਔਰ ਉਹਦੇ ਤੇ ਫਿਰ ਤੁਸੀਂ ਬੈਕਫੁੱਟ ਤੇ ਚਲੇ ਜਾਓ। ਜਦੋਂ ਸਰਕਾਰਾਂ ਬੈਕਫੁੱਟ ਤੇ ਚਲੇ ਜਾਂਦੀਆਂ ਉਹਦਾ ਨੁਕਸਾਨ ਇਹ ਹੁੰਦਾ ਕਿ ਪੁਲਿਸ ਹੇਠਲੇ ਪੱਧਰ ਤੇ ਫਿਰ ਢਿੱਲੀ ਹੋ ਜਾਂਦੀ ਹੈ, ਹੱਥ ਵੱਜ ਜਾਂਦੇ ਆ, ਫਿਰ ਉਹ ਮਾਮਲਾ ਉੱਥੇ ਦਾ ਉੱਥੇ ਪਹੁੰਚ ਜਾਂਦਾ ਹੈ ਜੀ। ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਹਾਂ, ਖੁਸ਼ਨੁਮਾ ਖਬਰ ਆਪਣੀ ਕਦੇ ਧਾਰਮਿਕ ਖੇਤਰ ਤੋਂ ਹੁੰਦੀ ਹੈ, ਕਦੇ ਆਪਣੀ ਕਹਿ ਲਓ ਕਿ ਖੇਡ ਦੇ ਮੈਦਾਨ ਤੋਂ ਹੁੰਦੀ ਹੈ। ਅੱਜ ਜੇਲ੍ਹ ਤੋਂ ਕਰਦੇ ਹਾਂ ਜੀ, ਜੇਲ੍ਹ ਤੋਂ। ਵੈਸੇ ਡਰਨ ਦੀ ਜ਼ਰੂਰਤ ਨਹੀਂ, ਜੇਲ੍ਹਾਂ ਵੀ ਕਈ ਵਾਰ ਇਨਸਾਨਾਂ ਨੂੰ ਬਹੁਤ ਕੁਝ ਦਿੰਦੀਆਂ ਨੇ। ਤਾਂ ਉਹਨਾਂ ਦੇ ਵਿੱਚੋਂ ਇੱਕ ਇਹ ਸੱਜਣ ਨੇ ਜਿਹੜੇ ਡਾਕਟਰ ਬਣ ਕੇ ਨਿਕਲੇ ਨੇ, ਕਮਾਲ ਦੀ ਇਹਨਾਂ ਦੀ ਜੀਵਨੀ ਹੈ। ਇਹਨਾਂ ਨੇ ਜੇਲ੍ਹ ਦੇ ਵਿੱਚ ਹੀ ਦੱਸਦੇ ਆ ਕਿ ਡਿਗਰੀਆਂ ਦੀ ਪੰਡ ਬੰਨ ਲਈ ਹੈ ਜੀ। ਡਾਕਟਰ ਬਾਨੂ ਪਟੇਲ 10 ਸਾਲ ਦੀ ਕੈਦ ਹੋਈ ਸੀਗੀ, ਤਾਂ ਇਹ 31 ਡਿਗਰੀਆਂ ਡਿਪਲੋਮੇ ਹਾਸਲ ਕਰਕੇ ਨਿਕਲੇ ਜੇਲ੍ਹ ਚੋਂ। ਇੱਥੇ ਹੀ ਨਹੀਂ ਬਸ ਕੀਤੀ, ਬਾਹਰ ਆ ਕੇ 24 ਹੋਰ ਕਰ ਮਾਰੀਆਂ, 23 ਤੇ ਟੋਟਲ ਕਿੰਨੀਆਂ ਹੋ ਗਈਆਂ? 54 ਨਾਲ ਡਾਕਟਰ ਲੱਗ ਗਿਆ। ਅੱਜ ਜਨਾਬ ਯੂਨੀਵਰਸਿਟੀ ਦੇ ਵਿੱਚ ਮੁੱਖ ਸਲਾਹਕਾਰ ਨੇ। ਤਾਂ ਕਦੇ ਵੀ ਜ਼ਿੰਦਗੀ 'ਚ ਸਭ ਕੁਝ ਖਤਮ ਨਹੀਂ ਹੋ ਜਾਂਦਾ ਜੀ। ਕਈ ਵਾਰ ਬਹੁਤ ਬੁਰਾ ਹੋਇਆ ਤੁਹਾਡੇ ਵਾਸਤੇ ਬਹੁਤ ਅੱਛੇ ਦੀ ਸ਼ੁਰੂਆਤ ਕਰ। ਤਾਂ ਡਾਕਟਰ ਸਾਹਿਬ ਨੇ ਦੱਸ ਦਿੱਤਾ ਕਿ ਇਹ ਨਹੀਂ ਹੈ ਕਿ ਜ਼ਿੰਦਗੀ ਕਿਸੇ ਵੀ ਛੋਟੀ ਜਿਹੀ ਘਟਨਾ ਜਿਹੜੀ ਕਿ ਤੁਹਾਨੂੰ ਲੱਗਦਾ ਹੈ ਕਿ ਜ਼ਿੰਦਗੀ ਖਤਮ ਕਰ ਦੇਗੀ, ਐਸਾ ਨਹੀਂ ਹੁੰਦਾ ਕਿ ਛੋਟੀ ਜਿਹੀ ਘਟਨਾ ਨਾਲ ਜੀਵਨ ਖਤਮ ਹੋ ਜਾਵੇ, ਬਲਕਿ ਕਈ ਵਾਰ ਉਹ ਸਟਾਰਟਿੰਗ ਪੁਆਇੰਟ ਬਣ ਜਾਂਦੀ ਹੈ ਜੀ।